बहुत ही प्यारे बच्चों, ਅੱਜ ਆਪਾਂ NTSC ਸਾਲ 2015 ਦਾ ਪੇਪਰ ਡਿਸਕਸ ਕਰਾਂਗੇ। SS ਵਿਸ਼ਾ ਅੱਜ ਆਪਾਂ ਉਹਦੇ ਕੁਐਸਚਨ ਆ ਜਿਹੜੇ ਤੁਹਾਡੇ ਨਾਲ ਡਿਸਕਸ ਕੀਤੇ ਜਾਣਗੇ। ਸਾਲ 2015 ਇਹਦੇ ਵਿੱਚ ਪੈਟਰਨ ਸਹੀ ਹੋ ਗਿਆ। 200 ਅੰਕ ਦੇ ਪ੍ਰਸ਼ਨ ਨੇ। ਸਮਾਂ 3 ਘੰਟੇ ਹੈ। ਸਭ ਤੋਂ ਪਹਿਲਾਂ ਮੈਂਟਰਬਿਲਿਟੀ, ਮੈਂਟਰਬਿਲਿਟੀ ਦੇ ਪ੍ਰਸ਼ਨ ਆਉਣਗੇ ਤੁਹਾਨੂੰ। ਇਹਦੀ ਪ੍ਰੈਕਟਿਸ ਤੁਸੀਂ ਕਰ ਹੀ ਰਹੇ ਹੋ ਤੇ ਪੇਪਰ ਵੀ ਹੱਲ ਕਰਨਾ ਹੈ। ਫਿਰ ਸਾਇੰਸ ਹੈ ਬੇਟਾ, ਵਿਗਿਆਨ ਦੇ ਪ੍ਰਸ਼ਨ ਹੈ। ਫਿਰ ਗਣਿਤ ਹੈ, ਗਣਿਤ ਦੇ ਪ੍ਰਸ਼ਨ ਆ ਰਹੇ ਨੇ। ਇੱਥੋਂ ਆਪਣੀ ਜਿਹੜੀ SS ਹੈ ਉਹ ਸ਼ੁਰੂ ਹੁੰਦੀ ਹੈ। 111 ਨੰਬਰ ਪ੍ਰਸ਼ਨ ਹੈ ਇਤਿਹਾਸ ਦਾ। ਇੰਗਲੈਂਡ ਅਤੇ ਖਾਲੀ ਥਾਂ ਦੇ ਯੂਨੀਅਨ ਐਕਟ ਦੇ ਨਤੀਜੇ ਵਜੋਂ ਗ੍ਰੇਟ ਬ੍ਰਿਟੇਨ ਦੇ ਸੰਯੁਕਤ ਰਾਜ ਦਾ ਗਠਨ ਹੋਇਆ। ਕਿਹੜਾ ਦੇਸ਼ ਸੀ ਇਹਦੇ ਨਾਲ? ਸਕਾਟਲੈਂਡ। ਤੀਸਰੀ ਆਪਸ਼ਨ ਹੈ ਤਾਂ ਉੱਤਰ ਸਹੀ ਹੈ, ਸਕਾਟਲੈਂਡ। ਅਗਲਾ ਪ੍ਰਸ਼ਨ ਹੈ ਬੇਟਾ, ਸਕੋਲਰ ਰਿਵੋਲਟ ਦਾ ਆਗੂ ਕੌਣ ਸੀ? ਸਕੋਲਰ ਰਿਵੋਲਟ ਦਾ ਆਗੂ ਕੌਣ ਸੀ? ਦਾ ਆਫੀਸ਼ੀਅਲਸ ਐਟ ਦਾ ਇੰਪੀਰੀਅਲ ਕੋਰਟ। ਤੀਜਾ ਉੱਤਰ ਇਹਦਾ ਸਹੀ ਉੱਤਰ ਹੈ। ਅੱਗੇ ਆਉਂਦਾ ਬੇਟਾ 113 ਨੰਬਰ ਪ੍ਰਸ਼ਨ, ਪੂਨਾ ਪੈਕਟ ਕਿਸ ਵਿਚਕਾਰ ਹੋਇਆ? ਇਹ ਬੇਟਾ ਜਿਹੜਾ ਪੂਨਾ ਪੈਕਟ ਸੀ 24/9/1932 ਨੂੰ ਹੋਇਆ ਸੀ। ਇਹਦੇ ਵਿੱਚ ਕੀ ਸੀ? ਸਮਝੌਤਾ ਜਿਹੜਾ ਹੋਇਆ ਡਾਕਟਰ BR ਅੰਬੇਦਕਰ, ਭੀਮ ਰਾਓ ਅੰਬੇਦਕਰ ਜਿਹੜੇ ਕਿ ਆਪਣੀ ਸੰਵਿਧਾਨ ਦੇ ਨਿਰਮਾਤਾ ਨੇ, ਉਹਨਾਂ ਅਤੇ ਮਹਾਤਮਾ ਗਾਂਧੀ ਵਿਚਕਾਰ ਹੋਇਆ। ਉਦੋਂ ਮੰਗ ਇਸ ਦੀ ਸੀ BR ਅੰਬੇਦਕਰ ਜੀ ਵੱਲੋਂ ਕਿ ਜਿਹੜੀਆਂ ਰਿਜ਼ਰਵੇਸ਼ਨ ਦੇ ਉੱਤੇ ਜਿਹੜੀਆਂ ਅਨੁਸੂਚਿਤ ਜਾਤੀ ਲਈ ਜਿਹੜਾ ਇਲੈਕਟਰਲ ਬੋਰਡ ਹੈ, ਸੀਟਸ ਹੈ, ਉਹ ਅਲੱਗ ਢਾਂਚਾ ਬਣੇ। ਪਰ ਮਹਾਤਮਾ ਗਾਂਧੀ ਵੱਲੋਂ ਇਸ ਦਾ ਵਿਰੋਧ ਕਰਨ ਤੇ ਕਿ ਇਸ ਨਾਲ ਜਿਹੜੇ ਦੇਸ਼ ਦੀ ਏਕਤਾ ਲਈ ਖਤਰਾ ਹੋ ਸਕਦਾ ਹੈ, ਤਾਂ ਫਿਰ 24/9/1932 ਨੂੰ ਸਮਝੌਤਾ ਹੋ ਕੇ ਇੱਕ ਪੂਨਾ ਪੈਕਟ ਬਣਿਆ ਸੀ ਇਹਨਾਂ ਦੋਨਾਂ ਸ਼ਖਸੀਅਤਾਂ ਦੇ ਵਿਚਕਾਰ, ਮਹਾਤਮਾ ਗਾਂਧੀ ਅਤੇ ਡਾਕਟਰ BR ਅੰਬੇਦਕਰ। 114 ਨੰਬਰ ਪ੍ਰਸ਼ਨ ਹੈ, ਜਾਪਾਨ ਦੀ ਸਭ ਤੋਂ ਪੁਰਾਣੀ ਕਿਤਾਬ ਡਾਇਮੰਡ ਸੂਤਰ ਕਦੋਂ ਛਪੀ? ਇਹ ਛਪੀ ਸੀ ਬੇਟਾ 868 ਈਸਵੀ ਦੇ ਵਿੱਚ। ਦੂਜਾ ਉੱਤਰ ਸਹੀ ਉੱਤਰ ਹੈ। ਅਗਲਾ ਪ੍ਰਸ਼ਨ ਆਉਂਦਾ ਹੈ, ਵੀਅਤਨਾਮ ਗਣਰਾਜ ਦੀ ਸਥਾਪਨਾ ਕਰਨ ਲਈ ਉੱਥੋਂ ਦੇ ਲੋਕਾਂ ਨੂੰ ਕਿੰਨੇ ਸਾਲ ਸੰਘਰਸ਼ ਕਰਨਾ ਪਿਆ? ਬੜਾ ਲੰਬਾ ਸੰਘਰਸ਼ ਕੀਤਾ ਬੇਟਾ ਵੀਅਤਨਾਮ ਦੇ ਲੋਕਾਂ ਨੇ। 30 ਸਾਲ ਦਾ ਲੰਬਾ ਸਮਾਂ ਉਹਨਾਂ ਨੂੰ ਸੰਘਰਸ਼ ਕਰਨਾ ਪਿਆ। ਅਗਲਾ ਪ੍ਰਸ਼ਨ ਹੈ, 1919 ਦੀਆਂ ਘਟਨਾਵਾਂ ਨੂੰ ਕ੍ਰਮਵਾਰ ਦੱਸੋ ਵੀ ਪਹਿਲਾਂ ਕਿਹੜੀ ਹੋਈ ਸੀ? ਸਭ ਤੋਂ ਪਹਿਲਾਂ ਹੈ ਬੇਟਾ ਰੋਲਟ ਐਕਟ। 18/3/1919 ਨੂੰ ਇਹ ਬਣਿਆ। ਇਹਦਾ ਕੀ ਸੀ ਇਸ ਐਕਟ ਦੇ ਵਿੱਚ? ਕਿ ਸਰਕਾਰ ਆ ਜਿਹੜੀ ਅੰਗਰੇਜ਼ਾਂ ਦੀ ਹਕੂਮਤ ਸੀ ਉਦੋਂ, ਉਹ ਕਿਸੇ ਨੂੰ ਬਿਨਾਂ ਕੋਈ ਨੋਟਿਸ ਦਿੱਤੇ, ਸੂਚਨਾ ਦਿੱਤੇ ਗ੍ਰਿਫਤਾਰ ਕਰ ਸਕਦੀ ਸੀ। 18 ਮਾਰਚ ਨੂੰ ਬਣਿਆ ਇਹ। ਇਹਦੇ ਵਿਰੋਧ ਵਿੱਚ ਇਕੱਠੇ ਹੋਏ ਜਲਿਆਂਵਾਲਾ ਬਾਗ ਦੇ ਵਿੱਚ ਲੋਕ 13 ਅਪ੍ਰੈਲ 1919 ਨੂੰ ਜਦੋਂ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਲਿਆਂਵਾਲੇ ਬਾਗ ਦਾ ਕਾਂਡ ਤੁਸੀਂ ਸਾਰੇ ਜਾਣਦੇ ਹੋ। ਉਹ ਘਟਨਾ ਵਾਪਰੀ
ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ 13 ਅਪ੍ਰੈਲ 1919 ਨੂੰ ਹੋਇਆ ਸੀ। ਜਦੋਂ ਇਹ ਕਾਂਡ ਹੋ ਹਟਿਆ, ਇਹਦੇ ਕਾਰਨਾਂ ਤੇ ਜਾਂਚ ਕਰਨ ਦੇ ਲਈ ਇੱਕ ਕਮਿਸ਼ਨ ਬਣਾਇਆ, ਜਿਹਨੂੰ ਹੰਟਰ ਕਮਿਸ਼ਨ ਕਿਹਾ ਜਾਂਦਾ ਹੈ। ਤਾਂ ਉਹਦੀ ਜਿਹੜੀ ਰਿਪੋਰਟ ਹੈ ਉਹ 29 ਅਕਤੂਬਰ 1919 ਨੂੰ ਆਈ, ਹੰਟਰ ਕਮਿਸ਼ਨ ਦੀ ਰਿਪੋਰਟ। ਤਾਂ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਤੁਰੰਤ ਬਾਅਦ ਰਵਿੰਦਰਨਾਥ ਟੈਗੋਰ ਸੀ ਜਿਹੜੇ, ਉਹਨਾਂ ਦੁਆਰਾ ਨਾਈਟਹੁੱਡ ਅਵਾਰਡ ਸਰਕਾਰ ਨੂੰ ਵਾਪਸ ਕਰਤਾ ਸੀ। ਤਾਂ ਹੁਣ ਇਹਦਾ ਸੀਕੁਐਂਸ ਕੀ ਬਣੂਗਾ? ਸਭ ਤੋਂ ਪਹਿਲਾਂ ਆਉਂਦਾ ਹੈ 18/3/1919, ਪਹਿਲੀ ਘਟਨਾ ਰੋਲਟ ਐਕਟ, ਇਹ ਆ ਗਿਆ। ਉਸ ਤੋਂ ਬਾਅਦ ਕੀ ਆਉਂਦਾ ਹੈ? ਜਲਿਆਂਵਾਲੇ ਬਾਗ ਦੀ ਘਟਨਾ ਵਾਪਰੀ ਸੀ, ਜਲਿਆਂਵਾਲੇ ਬਾਗ ਦਾ ਸਾਕਾ 13 ਅਪ੍ਰੈਲ 1919। ਫਿਰ ਰਵਿੰਦਰਨਾਥ ਟੈਗੋਰ ਜੀਆਂ ਨੇ ਅਵਾਰਡ ਨੂੰ ਵਾਪਸ ਕੀਤਾ। ਕਿਹੜੀ ਆਪਸ਼ਨ ਆ ਗਈ? ਡੀ। ਉਦੋਂ ਮੁੜ ਕੇ ਹੰਟਰ ਕਮਿਸ਼ਨ ਆਉਂਦਾ ਜਿਹੜਾ ਕਿ ਅਕਤੂਬਰ ਦੇ ਮਹੀਨੇ ਹੈ, ਉਹ ਆ ਗਿਆ ਬੀ। ਸਹੀ ਆਪਸ਼ਨ ਕੀ ਬਣੀ? ਏ, ਸੀ, ਡੀ ਤੇ ਬੀ। ਕਿਹੜਾ ਉੱਤਰ ਸਹੀ ਬਣਿਆ ਫਿਰ? ਦੂਜਾ। ਅੱਗੇ ਆਉਂਦਾ ਬੇਟਾ, ਸੰਜਮ ਅੰਦੋਲਨ ਦਾ ਮੁੱਖ ਉਦੇਸ਼ ਕੀ ਸੀ? ਸੰਜਮ ਅੰਦੋਲਨ ਤੁਹਾਨੂੰ ਮੈਂ ਦੱਸਦਾ ਕੀ ਸੀ। ਇੱਕ ਸਮਾਜਿਕ ਅੰਦੋਲਨ ਸੀਗਾ ਇਹ, ਜਿਹੜਾ ਅਲਕੋਹਲ, ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦਾ ਵਿਰੋਧ ਕਰਦਾ ਸੀ ਕਿ ਇਹਨਾਂ ਦੀ ਜਿਹੜੀ ਵਿਕਰੀ ਹੈ ਬੰਦ ਹੋਣੀ ਚਾਹੀਦੀ ਹੈ, ਸੇਵਨ ਬੰਦ ਕਰਾਉਣਾ ਚਾਹੀਦਾ ਇਹਦਾ। ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਇਹ ਅੰਦੋਲਨ ਚੱਲਿਆ। ਕੈਨੇਡਾ ਦੇ ਵਿੱਚ 1918 ਤੋਂ ਲੈ ਕੇ 20 ਤੱਕ ਇਹਦਾ ਵਿਰੋਧ ਕੀਤਾ ਗਿਆ, ਸ਼ਰਾਬ ਦਾ। USA ਦੇ ਵਿੱਚ 1920 ਤੋਂ 33 ਤੱਕ, ਤੇ ਭਾਰਤ ਦੇ ਵਿੱਚ 1948 ਤੋਂ ਇਸ ਤੇ ਵਿਰੋਧ ਦਰਜ ਹੋਏ। ਤਾਂ ਸੰਜਮ ਅੰਦੋਲਨ ਦਾ ਮੁੱਖ ਉਦੇਸ਼ ਕੀ ਸੀ? ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਘਟਾਉਣਾ। ਚੌਥਾ ਉੱਤਰ ਇਹਦਾ ਸਹੀ ਹੈ। ਤੁਸੀਂ ਵੈਸੇ ਯਾਦ ਵੀ ਰੱਖਣਾ ਹੈ ਕਿ ਅਮਰੀਕਾ ਦੇ ਵਿੱਚ 1920 ਤੋਂ ਲੈ ਕੇ 1933 ਤੱਕ, ਕੈਨੇਡਾ ਦੇ ਵਿੱਚ 1918 ਤੋਂ ਲੈ ਕੇ 1920 ਤੱਕ ਅੰਦੋਲਨ ਦਾ ਸਮਾਂ ਸੀ। ਅੱਗੇ ਆਉਂਦਾ ਬੇਟਾ 118 ਨੰਬਰ ਪ੍ਰਸ਼ਨ। ਕਿਸ ਫਰਾਂਸੀਸੀ ਕਲਾਕਾਰ ਨੇ ਆਪਣੀਆਂ 4 ਕਲਾ ਕਿਰਤੀਆਂ ਵਿੱਚ ਆਪਣੇ ਕਾਲਪਨਿਕ ਸੰਸਾਰ ਨੂੰ ਜਨਤੰਤਰਿਕ ਅਤੇ ਸਮਾਜਿਕ ਗਣਤੰਤਰ ਦੇ ਮੇਲ ਤੋਂ ਬਣਿਆ ਦਰਸਾਇਆ ਹੈ? ਪਹਿਲੀ ਆਪਸ਼ਨ ਹੈ ਜੀ ਬੇਟਾ ਫਰੈਡਰਿਕ ਸਾਰੀਓ। ਇਹ ਤੁਸੀਂ ਯਾਦ ਰੱਖਣਾ ਹੈ, ਫਰੈਡਰਿਕ ਸਾਰੀਓ। ਅਗਲਾ ਪ੍ਰਸ਼ਨ ਹੈ 18ਵੀਂ ਸ਼ਤਾਬਦੀ ਤੱਕ ਹੇਠ ਲਿਖੀਆਂ ਵਸਤੂਆਂ ਵਿੱਚੋਂ ਕਿਸ ਦਾ ਉਤਪਾਦਨ ਗੁਲਾਮਾਂ ਦੀ ਮਜ਼ਦੂਰੀ ਕਰਕੇ ਅਮਰੀਕਾ ਦੇ ਵੱਡੇ ਬਗਾਨਾਂ ਵਿੱਚ ਹੋ ਰਿਹਾ ਸੀ ਅਤੇ ਹੋਰ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾ ਰਿਹਾ ਸੀ? ਇਹ ਸੀ ਬੇਟਾ ਕੈਸ਼ ਕ੍ਰੌਪਸ, ਚੀਨੀ ਹੋ ਗਈ, ਕਪਾਹ ਹੋ ਗਈ, ਉਹਨਾਂ ਬਾਰੇ। ਤਾਂ ਚੌਥਾ ਉੱਤਰ ਇਹਦਾ ਸਹੀ ਉੱਤਰ ਹੈ। ਕਿਸ ਸੰਧੀ ਰਾਹੀਂ ਕਲਾਈਵ ਨੇ ਬੰਗਾਲ, ਬਿਹਾਰ ਤੇ ਉੜੀਸਾ ਦੀ ਦੀਵਾਨੀ ਨੂੰ ਸੁਰੱਖਿਅਤ ਰੱਖਿਆ ਸੀ? ਦੀਵਾਨੀ ਬੇਟਾ ਟੈਕਸ ਇਕੱਠੇ ਕਰਨ ਦੀ ਇਜਾਜ਼ਤ, ਟੈਕਸਾਂ, ਪੈਸੇ ਨਾਲ ਸੰਬੰਧਿਤ ਹੈ। 12/8/1765 ਨੂੰ ਸ਼ਾਹ ਆਲਮ ਦੂਜਾ ਤੇ ਰਾਬਰਟ ਕਲਾਈਵ ਦੇ ਵਿੱਚ ਬਕਸਰ ਦੀ ਲੜਾਈ ਤੋਂ ਬਾਅਦ ਇਹ ਸਮਝੌਤਾ ਹੋਇਆ ਸੀ, ਤੇ ਸ਼ਾਹ ਆਲਮ ਦੁਆਰਾ ਮੰਨਿਆ ਗਿਆ ਸੀ ਕਿ ਜਿਹੜੀ ਅੰਗਰੇਜ਼ ਹਕੂਮਤ ਹੈ ਉਹਦੇ ਰਾਜ ਵਿੱਚ ਇਹਨਾਂ ਤਿੰਨਾਂ ਇਲਾਕਿਆਂ ਦੇ ਵਿੱਚੋਂ ਦੀਵਾਨੀ ਸੁਰੱਖਿਅਤਾ ਮਤਲਬ ਟੈਕਸ ਇਕੱਠੇ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਸਮਝੌਤਾ ਇਹ ਹੋਇਆ ਸੀ। ਤਾਂ ਜਿਹੜੇ ਇਹ ਸਮਝੌਤਾ ਸੀ ਇਹਨੂੰ ਇਲਾਹਾਬਾਦ ਦੀ ਸੰਧੀ ਕਿਹਾ ਜਾਂਦਾ ਹੈ। ਇਲਾਹਾਬਾਦ ਦੀ ਸੰਧੀ ਸਮਝੌਤਾ ਸੀ ਜਿਹੜਾ। ਜੇਨ ਆਇਰ ਕਿਸ ਨੇ ਲਿਖੀ ਸੀ? ਕਿਤਾਬ ਹੈ ਜੇਨ ਆਇਰ, ਸ਼ਾਰਲੈਟ ਬਰੂਨੇਟੀ, ਇਹਨਾਂ ਦੁਆਰਾ ਲਿਖੀ ਗਈ ਸੀ। ਅੱਗੇ ਆ ਗਿਆ ਬੇਟਾ ਭੂਗੋਲ। ਕੋਂਕਣ ਤੱਟਵਰਤੀ ਮੈਦਾਨ ਬਾਰੇ ਕਿਹੜਾ ਕਥਨ ਸਹੀ ਹੈ? ਮੁੰਬਈ ਤੋਂ ਗੋਆ ਤੱਕ ਦਾ ਮੈਦਾਨ, ਇਹ ਕੋਂਕਣ ਤੱਟ ਹੈ ਬੇਟਾ। ਠੀਕ ਹੈ। ਰਾਵੀ, ਜੇਹਲਮ ਅਤੇ ਚਨਾਬ ਕਿਸ ਦਰਿਆ ਦੀਆਂ ਸਹਾਇਕ ਨਦੀਆਂ ਹਨ?
किस दरिया दी सहायक नदियां ये? सिंध दरिया दी, सिंध दरिया दी। ਭਾਰਤ ਦੇ ਕਿਹੜੇ ਰਾਜ ਵਿੱਚ ਜੰਗਲਾਂ ਹੇਠ ਰਕਬਾ ਪ੍ਰਤੀਸ਼ਤ ਜ਼ਿਆਦਾ ਹੈ? ਦੇਖੋ ਬੇਟਾ, ਇਹਨਾਂ 4 ਰਾਜਾਂ ਦੇ ਵਿੱਚੋਂ ਤ੍ਰਿਪੁਰਾ ਇੱਕ ਅਜਿਹੀ ਸਟੇਟ ਹੈ ਜਿੱਥੇ 60% ਜਿਹੜੇ ਜੰਗਲ ਆ ਉਹ ਹੈਗੇ ਆ ਧਰਤੀ ਤੇ। ਪਰ ਇਹਨਾਂ 4ਾਂ ਦੇ ਵਿੱਚੋਂ ਆਪਾਂ ਤ੍ਰਿਪੁਰਾ ਨੂੰ ਸਹੀ ਲਾਵਾਂਗੇ। ਪਰ ਤੁਸੀਂ ਯਾਦ ਕੀ ਰੱਖਣਾ ਇਹਦੇ ਨਾਲ, ਇੱਕ ਮਿਜ਼ੋਰਮ ਦੇ ਵਿੱਚ 85.41% ਜਿਹੜੀ ਭੂਮੀ ਹੈ ਜੰਗਲਾਂ ਦੇ ਹੇਠ ਹੈ, ਤੇ ਸਭ ਤੋਂ ਵੱਧ ਹੈ ਇੰਡੀਆ ਦੇ ਵਿੱਚ। ਕਿੱਥੇ ਹੈ? ਮਿਜ਼ੋਰਮ 85.41%। ਅਗਲਾ ਪ੍ਰਸ਼ਨ ਹੈ ਬੇਟਾ, ਹੇਠ ਲਿਖਿਆਂ ਵਿੱਚੋਂ ਕਿਹੜਾ ਸਾਰਕ ਦੇਸ਼ ਨਹੀਂ ਹੈ? ਉਹ ਤੁਹਾਨੂੰ ਕਰਵਾਇਆ ਹੋਇਆ ਕਲਾਸ ਦੇ ਵਿੱਚ ਕਿ ਸਾਰਕ ਦੇਸ਼ ਕਿਹੜੇ ਕਿਹੜੇ ਨੇ। ਭਾਰਤ, ਬੰਗਲਾਦੇਸ਼, ਨੇਪਾਲ ਇਹ ਸਾਰਕ ਦੇਸ਼ ਨੇ। ਚੀਨ ਸਾਰਕ ਦੇਸ਼ਾਂ ਦਾ ਮੈਂਬਰ ਨਹੀਂ ਹੈ। ਕੈਲਾਸ਼ ਪਰਬਤ ਲੜੀ ਕਿਸ ਸ਼੍ਰੇਣੀ ਵਿੱਚ ਆਉਂਦੀ ਹੈ? ਕਿਹੜੀ ਕਿਸਮ ਦੇ ਪਰਬਤ ਨੇ ਇਹ? ਵਲਦਾਰ ਨੇ ਬੇਟਾ, ਇਹ ਵਲਦਾਰ। ਦੂਜੀ ਆਪਸ਼ਨ ਸਹੀ ਹੈ। ਇਹ ਮੈਂਗਰੋਵ ਬਨਸਪਤੀ ਦਾ ਦੂਜਾ ਨਾਂ ਹੈ। ਮੈਂਗਰੋਵ ਬਨਸਪਤੀ ਕਿਹੜੀ ਹੁੰਦੀ ਹੈ? ਜਿਹੜੀ ਸਮੁੰਦਰੀ ਕਿਨਾਰਿਆਂ ਤੇ ਹੋਵੇ, ਹਨਾ। ਸੁੰਦਰਬਨ ਦਾ ਡੈਲਟਾ ਵੀ ਇਹੀ ਕਿਸਮ ਹੈ। ਚੌਥਾ ਉੱਤਰ ਹੈ ਜਿਹੜਾ ਇਹਦਾ, ਚੌਥੀ ਆਪਸ਼ਨ ਹੈ ਉਹ ਇਹਦੀ ਸਹੀ ਹੈ। ਸ਼ਿੰਦਰੀ ਕਿਸ ਲਈ ਪ੍ਰਸਿੱਧ ਹੈ? ਕਾਹਦਾ ਉਦਯੋਗ ਲੱਗਿਆ ਹੋਇਆ ਉੱਥੇ? ਖਾਦ ਉਦਯੋਗ ਹੈ। ਖਾਦਾਂ ਬਣਦੀਆਂ ਜਿਵੇਂ ਆਪਣੇ ਬਠਿੰਡੇ NFL ਦੇ ਵਿੱਚ ਖਾਦ ਬਣਦੀ ਹੈ, ਉਸ ਤਰ੍ਹਾਂ ਸ਼ਿੰਦਰੀ ਵੀ ਖਾਦ ਦਾ ਕਾਰਖਾਨਾ ਹੈ। ਕਿਸ ਮਿੱਟੀ ਦਾ ਨਿਰਮਾਣ ਬਾਕੀ ਦੀਆਂ 3 ਮਿੱਟੀਆਂ ਤੋਂ ਵੱਖਰਾ ਹੁੰਦਾ ਹੈ? ਕਿਹੜੀ ਮਿੱਟੀ ਦਾ ਨਿਰਮਾਣ? ਕਾਲੀ ਮਿੱਟੀ, ਜਿਹਨੂੰ ਆਪਾਂ ਰੇਗਰ ਮਿੱਟੀ ਵੀ ਕਹਿੰਦੇ ਹਾਂ, ਇਹਦਾ ਨਿਰਮਾਣ ਦੂਜੀਆਂ ਮਿੱਟੀਆਂ ਤੋਂ ਵੱਖਰਾ ਹੈ। ਕਿਉਂਕਿ ਜਿਹੜੀਆਂ ਬਾਕੀ ਦੀਆਂ ਇਹ ਮਿੱਟੀਆਂ ਇਹ ਦਰਿਆਵਾਂ ਦੇ ਪਾਣੀਆਂ ਨਾਲ ਸੰਬੰਧਿਤ ਨੇ, ਉਹਨਾਂ ਦੁਆਰਾ ਰੋੜ ਕੇ ਲਿਆਂਦੀ ਗਈ ਮਿੱਟੀ ਨਾਲ ਬਣੇ ਹੋਏ ਮੈਦਾਨ ਨੇ। ਪਰ ਇਹ ਚਟਾਨੀ ਮਾਦਾ ਹੈ ਜਿਹੜਾ ਕਾਲੀ ਮਿੱਟੀ ਦਾ ਨਿਰਮਾਣ ਕਰਦਾ ਹੈ। ਇਹਦਾ ਢੰਗ ਜਿਹੜਾ ਦੂਜਿਆਂ ਨਾਲੋਂ ਵੱਖਰਾ ਹੈ। ਅੱਗੇ ਆਉਂਦਾ ਬੇਟਾ, ਪਾਰਕਲੈਂਡ, ਸਟੈਪੀਜ਼, ਪੰਪਾਸ, ਕੈਂਪੋਜ਼ ਅਤੇ ਵੈਲਡ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ? ਇਹ ਸਾਰੇ ਬੇਟਾ ਘਾਹ ਦੇ ਮੈਦਾਨ ਨੇ, ਘਾਹ ਦੇ ਮੈਦਾਨ ਨੇ। ਉਦਾਹਰਨਾਂ ਵੀ ਦੂਜੇ ਦੇਸ਼ਾਂ ਦੀਆਂ ਇਹ ਉੱਥੋਂ ਦੇ ਘਾਹ ਦੇ ਮੈਦਾਨ ਨੇ। ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਰਾਣਾ ਫਕਸ਼ ਤੱਕ ਖਿੱਚੀ ਗਈ ਸਿੱਧੀ ਰੇਖਾ ਦੀ ਲੰਬਾਈ ਸੰਬੰਧੀ ਕਿਹੜਾ ਤੱਥ ਠੀਕ ਹੈ? ਬੇਟਾ ਲੰਬਾਈ ਕਿੰਨੀ ਹੈ? 2933 ਕਿਲੋਮੀਟਰ। ਧਿਆਨ ਰੱਖਣਾ ਹੈ। ਜੇ ਆਪਾਂ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲਈਏ ਜਿਹੜੀ ਲੰਬਾਈ ਹੈ ਤਾਂ ਉਹ ਹੈਗੀ ਹੈ 3214 ਕਿਲੋਮੀਟਰ। ਤੁਹਾਨੂੰ ਇੱਥੇ 3214 ਕਿਲੋਮੀਟਰ ਦੀ ਆਪਸ਼ਨ ਵੀ ਦਿੱਤੀ ਜਾ ਸਕਦੀ ਹੈ, ਧਿਆਨ ਰੱਖਣਾ ਹੈ, ਗਲਤ ਨਾ ਲਾਇਆ ਹੋ ਕਿਤੇ। ਅਗਲਾ ਪ੍ਰਸ਼ਨ ਹੈ ਬੇਟਾ, ਸੰਵਹਿਨ ਵਰਖਾ ਆਮ ਤੌਰ ਤੇ ਕਿਹੜੇ ਖੇਤਰ ਵਿੱਚ ਪਾਈ ਜਾਂਦੀ ਹੈ? ਕਿਹੜੇ ਖੇਤਰ 'ਚ ਪਾਈ ਜਾਂਦੀ ਹੈ ਉਹ? ਭੂ-ਮੱਧ ਸਾਗਰੀ ਖੇਤਰ ਦੇ ਵਿੱਚ। ਭੂ-ਮੱਧ ਸਾਗਰੀ ਖੇਤਰ। ਅੱਗੇ ਆਉਂਦਾ ਬੇਟਾ 133 ਨੰਬਰ ਕੁਐਸਚਨ ਨਾਗਰਿਕ ਸ਼ਾਸਤਰ ਦਾ। ਭਾਰਤੀ ਸੰਵਿਧਾਨ ਵਿੱਚ 42ਵੀਂ ਸੋਧ ਰਾਹੀਂ ਇਕਵੰਜਵੇਂ ਨਿਸ਼ੇਧ ਵਿੱਚ ਨਾਗਰਿਕਾਂ ਦੇ ਕਿੰਨੇ ਕਰਤੱਵ ਦਰਜ ਕੀਤੇ ਗਏ ਹਨ? ਭਾਰਤੀ ਸੰਵਿਧਾਨ ਵਿੱਚ 42ਵੀਂ ਸੋਧ ਦੁਆਰਾ 51ਵੇਂ ਨਿਸ਼ੇਧ ਵਿੱਚ ਨਾਗਰਿਕਾਂ ਦੇ ਕਿੰਨੇ ਕਰਤੱਵ ਦਰਜ ਕੀਤੇ ਗਏ ਹਨ? 10। अगला प्रश्न है बेटा, राष्ट्रपति उदों तक संकटकालीन हालत घोषित नहीं कर सकता ਜਦੋਂ तक उसनूं लिखती निर्देश प्राप्त नहीं ਹੁੰਦਾ। ਕਿਤੋਂ ਪ੍ਰਾਪਤ ਨਹੀਂ ਹੁੰਦਾ? ਮੰਤਰੀ ਮੰਡਲ ਤੋਂ। ਜਿੰਨਾ ਚਿਰ ਉੱਥੇ ਲਿਖਤੀ ਨਹੀਂ ਹੁੰਦਾ ਉਹਨਾਂ ਚਿਰ ਉਹ ਐਮਰਜੈਂਸੀ ਨਹੀਂ ਲਗਾਉਂਦੇ।
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਵਿਵਸਥਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਸੰਕਟਕਾਲੀਨ ਸ਼ਕਤੀਆਂ ਇਹ ਆਪਾਂ ਜਰਮਨੀ ਤੋਂ ਲਈਆਂ। ਇਹ ਬੇਟਾ ਸਾਰਾ ਨਾ ਜਿਹੜਾ ਹੈਗਾ 9ਵੀਂ ਕਲਾਸ ਦੇ ਵਿੱਚ ਆਪਣੇ ਹੈ ਵੀ ਕਿਹੜੇ ਦੇਸ਼ ਤੋਂ ਆਪਾਂ ਕੀ ਲਿਆ, ਇਹ ਸਾਰੀਆਂ ਤੁਸੀਂ ਯਾਦ ਕਰਨੀਆਂ। ਇਹਦੇ ਵਿੱਚੋਂ ਇੱਕ ਪ੍ਰਸ਼ਨ ਹਰ ਵਾਰ ਆ ਰਿਹਾ ਹੈ। ਇਹ ਫੈਸਲਾ ਕੌਣ ਕਰਦਾ ਹੈ ਕਿ ਇਹ ਧਨ ਬਿੱਲ ਹੈ ਕਿ ਸਧਾਰਨ ਬਿੱਲ? ਇਹ ਲੋਕ ਸਭਾ ਦੇ ਸਪੀਕਰ ਨੇ ਦੇਖਣਾ ਹੁੰਦਾ ਬੇਟਾ ਵੀ ਧਨ ਬਿੱਲ ਕਿਹੜਾ ਹੈ ਤੇ ਆਮ ਬਿੱਲ ਕਿਹੜਾ ਹੈ। ਤੀਜਾ ਆਪਸ਼ਨ ਇਹਦਾ ਸਹੀ ਹੈ। ਅੱਗੇ ਬੇਟਾ ਮਿਲਾਨ ਕਰਨਾ ਹੈ ਕਿਹੜਾ ਕਿਹਦੇ ਨਾਲ ਸਹੀ ਆਉਂਦਾ ਹੈ। ਪੱਛਮੀ ਬੰਗਾਲ ਇਹ ਆਊਗਾ ਫਾਰਵਰਡ ਬਲਾਕ ਦੇ ਨਾਲ। ਉੱਤਰ ਪ੍ਰਦੇਸ਼ ਰਾਸ਼ਟਰੀ ਲੋਕ ਦਲ। ਮੇਘਾਲਿਆ ਯੂਨਾਈਟਿਡ ਡੈਮੋਕ੍ਰੈਟਿਕ ਪਾਰਟੀ ਹੈ ਬੇਟਾ ਉੱਥੇ। ਕੇਰਲਾ ਮੁਸਲਿਮ ਲੀਗ। ਦੂਜਾ ਆਪਸ਼ਨ ਇਹਦਾ ਉੱਤਰ ਬਣਦਾ ਹੈ। ਅਗਲਾ ਪ੍ਰਸ਼ਨ ਹੈ ਬੇਟਾ 138। 2003 ਦੀ ਸੋਧ ਅਨੁਸਾਰ ਰਾਜ ਵਿੱਚ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੋਵੇਗੀ? ਮੰਤਰੀ ਕਿੰਨੇ ਲੈ ਜਾਣਗੇ? 15% ਤੱਕ ਰਹਿਣੀ ਹੁੰਦੀ ਹੈ। ਇਹ ਕੁੱਲ ਮੈਂਬਰਾਂ ਦੀ ਗਿਣਤੀ ਦਾ 15% ਮੰਤਰੀ ਲੈਣੇ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? 139 ਨੰਬਰ ਕੁਐਸਚਨ ਹੈ ਬੇਟਾ ਇਹ। ਇਹਦੇ ਚ ਕੀ ਹੈ, ਚਾਰ ਆਪਸ਼ਨ ਆਪਾਂ ਨੂੰ ਦਿੱਤੀਆਂ ਹੋਈਆਂ। ਪਹਿਲੀ ਦੇ ਵਿੱਚ 47 ਵਿਸ਼ੇ ਸੰਘ ਸੂਚੀ ਦਿੱਤੇ ਹੋਏ ਗਲਤ ਹੈ। 97 ਹੁੰਦੇ ਇਹਦੇ ਵਿੱਚ, ਇਹਦਾ ਮਤਲਬ ਇਹ ਦੋਨੇ ਆਪਸ਼ਨਾਂ ਕੱਟੀਆਂ ਗਈਆਂ, ਇਹ ਵੀ ਕੱਟੀ ਗਈ। 97 ਹੁੰਦੇ ਹੈ ਸੰਘ ਸੂਚੀ ਦੇ ਵਿੱਚ, ਰਾਜ ਸੂਚੀ ਦੇ ਵਿੱਚ 66 ਨੇ ਤੇ ਸਮਵਰਤੀ ਸੂਚੀ ਦੇ ਵਿੱਚ 47 ਵਿਸ਼ੇ ਨੇ। ਇਹ ਤੀਜਾ ਉੱਤਰ ਜਿਹੜਾ ਹੈਗਾ ਸਹੀ ਉੱਤਰ ਹੈ। ਉਪ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਵਿੱਚ ਕੌਣ ਹਿੱਸਾ ਨਹੀਂ ਲੈ ਸਕਦਾ? ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਨਹੀਂ ਹਿੱਸਾ ਲੈਂਦੇ। ਇਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਹੀ ਹਿੱਸਾ ਲੈਂਦੇ ਨੇ, ਪਰ ਜਦੋਂ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤਾਂ ਉਦੋਂ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਹਿੱਸਾ ਲੈਂਦੇ ਨੇ। ਲੋਕ ਸਭਾ ਲਈ ਪੰਜਾਬ ਦੇ ਵਿੱਚੋਂ ਡੈਸ਼ ਮੈਂਬਰ ਚੁਣੇ ਜਾਂਦੇ ਹਨ। ਬੇਟਾ ਲੋਕ ਸਭਾ ਲਈ 13 ਮੈਂਬਰ ਚੁਣੇ ਜਾਂਦੇ ਹੈ ਤੇ ਰਾਜ ਸਭਾ ਲਈ ਕਿੰਨੇ ਚੁਣੇ ਜਾਂਦੇ ਹੈ? 7। ਰਾਜਕ੍ਰਿਤ ਨਾਗਰਿਕਤਾ ਡੈਸ਼ ਰਾਹੀਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਰਾਜਕ੍ਰਿਤ ਰਕਤ ਸੰਬੰਧ ਨਾਲ। ਤੀਜਾ ਉੱਤਰ ਇਹਦਾ ਸਹੀ ਹੈ। ਅੱਗੇ ਬੇਟਾ ਅਰਥ ਸ਼ਾਸਤਰ ਆਉਂਦਾ ਹੈ। ਸੀਮਾਂਤ ਬਚਤ ਪ੍ਰਵਿਰਤੀ ਕੀ ਹੁੰਦੀ ਹੈ? 143 ਨੰਬਰ ਪ੍ਰਸ਼ਨ ਹੈ। ਇਹਦੇ ਵਿੱਚ ਕੀ ਹੁੰਦਾ ਹੈ? ਬਚਤ ਦੇ ਵਿੱਚ ਪਰਿਵਰਤਨ। ਸੇਵਿੰਗ ਐਸ ਲਿਖਿਆ ਹੋਇਆ ਨਾ ਉੱਤੇ, ਇਹਦਾ ਮਤਲਬ ਕੀ ਹੈ? ਸੇਵਿੰਗ। ਸੇਵਿੰਗ ਦਾ ਮਤਲਬ ਕੀ ਹੈ? ਬਚਤ। ਤੇ ਜਿਹੜਾ ਸਿੰਬਲ ਸ਼ੋ ਹੋ ਰਿਹਾ ਡੈਲਟਾ ਵਾਲਾ ਤ੍ਰਿਕੋਣ ਵਾਲਾ, ਇਹਦਾ ਮਤਲਬ ਹੈ ਪਰਿਵਰਤਨ, ਕਿੰਨਾ ਤਬਦੀਲੀ ਆਈ ਉਹਦੇ ਵਿੱਚ। ਤੇ ਵਾਈ ਹੋ ਗਈ ਆਮਦਨ ਦੇ ਵਿੱਚ ਕਿੰਨੀ ਤਬਦੀਲੀ ਆਈ। ਬਚਤ ਵਿੱਚ ਪਰਿਵਰਤਨ ਬਟੇ ਆਮਦਨ ਵਿੱਚ ਪਰਿਵਰਤਨ, ਉਹਦੇ ਅਨੁਪਾਤ ਨੂੰ ਕੀ ਕਹਿੰਦੇ ਆ? ਸਮਾਂਤ ਬਚਤ ਪ੍ਰਵਿਰਤੀ। ਡੈਸ਼ ਖੇਤਰ ਵਿੱਚ ਮਜ਼ਦੂਰ ਕੋਈ ਵੀ ਭੌਤਿਕ ਵਸਤੂ ਦਾ ਉਤਪਾਦਨ ਨਹੀਂ ਕਰਦਾ। ਡੈਸ਼ ਖੇਤਰ ਵਿੱਚ ਤੀਜਾ ਖੇਤਰ ਹੈ ਬੇਟਾ ਇਹ ਸੇਵਾਵਾਂ ਵਾਲਾ ਖੇਤਰ ਹੈ। 145 ਨੰਬਰ। ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੇ ਇੱਕ ਤੋਂ ਜ਼ਿਆਦਾ ਵਾਰ ਫਸਲ ਬੀਜਣ ਨੂੰ ਡੈਸ਼ ਕਹਿੰਦੇ ਹਨ। ਬਹੁ ਫਸਲੀ ਖੇਤੀ। ਬਹੁ ਫਸਲੀ ਖੇਤੀ ਕਹਿੰਦੇ ਹਨ। ਠੀਕ ਹੈ ਬੇਟਾ। ਅਗਲਾ ਪ੍ਰਸ਼ਨ ਕੀ ਹੈ? ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਹੈ? ਇਹ ਤੁਹਾਨੂੰ ਪਹਿਲਾਂ ਵੀ ਪ੍ਰਸ਼ਨ ਦੇ ਵਿੱਚ ਆ ਚੁੱਕਿਆ ਪੇਪਰ ਦੇ ਵਿੱਚ। ਪ੍ਰਧਾਨ ਮੰਤਰੀ ਹੁੰਦੇ ਯੋਜਨਾ ਕਮਿਸ਼ਨ ਦੇ ਚੇਅਰਮੈਨ।
ਪਰ ਹੁਣ ਇਹ ਕਮਿਸ਼ਨ ਨਹੀਂ ਹੈ। ਉਤਪਾਦਨ ਦੇ ਸਾਧਨ ਅਤੇ ਉਹਨਾਂ ਦੇ ਮੁੱਲ ਹੇਠਾਂ ਦਿੱਤੇ ਗਏ ਹਨ। ਕਿਹੜਾ ਸਹੀ ਇਹਨਾਂ ਦੇ ਵਿੱਚੋਂ? ਇਹਨਾਂ ਦੇ ਵਿੱਚ ਬੜਾ ਉਦਮੀ ਲਾਭ ਕਮਾਉਣ ਦੇ ਲਈ ਆਪਦਾ ਉਦਯੋਗ ਲਾਉਂਦਾ ਹੈ, ਸਿਰਫ ਤੇ ਸਿਰਫ ਇਹ ਹੀ ਠੀਕ ਹੈ। ਜੇ ਆਪਾਂ ਗਲਤ ਮਿਲਾਉਣ ਚਾਹੁੰਦੇ ਹਾਂ ਤਾਂ ਬਾਕੀ ਤੇ ਤਿੰਨੇ ਗਲਤ ਨੇ। ਇਹਦਾ ਉੱਤਰ ਕੀ ਬਣੂਗਾ? ਤੀਜਾ। ਕੱਲਾ ਉਦਮੀ ਲਾਭ ਕਮਾਉਂਦਾ ਇਹੀ ਸਹੀ ਹੈ, ਬਾਕੀ ਗਲਤ ਹੈ। ਭੂਮੀ ਮਜ਼ਦੂਰੀ ਨਹੀਂ, ਪੂੰਜੀ ਕਿਰਾਇਆ ਨਹੀਂ, ਮਜ਼ਦੂਰ ਵਿਆਜ ਨਹੀਂ, ਇਹ ਗਲਤ ਨੇ। ਅੱਗੇ ਆਉਂਦਾ ਬੇਟਾ, ਹੇਠ ਲਿਖੇ ਗਰੁੱਪਾਂ ਵਿੱਚੋਂ ਕਿਹੜੇ ਗਰੁੱਪ ਵਿੱਚ ਸਾਰੀਆਂ ਆਰਥਿਕ ਗਤੀਵਿਧੀਆਂ ਹਨ? ਜਿਹਦੇ ਵਿੱਚ ਸਾਰੀਆਂ ਇਕਨੋਮਿਕ ਗਤੀਵਿਧੀਆਂ ਹੈਗੀਆਂ, ਕਿਰਿਆਵਾਂ ਉਤਪਾਦਨ ਦੇ ਵਿੱਚ ਹੈਗੀਆਂ, ਦੇਖੋ ਭੋਗ ਦੇ ਵਿੱਚ ਹੈਗੀਆਂ, ਵੰਡ ਦੇ ਵਿੱਚ ਹੈ, ਵਟਾਂਦਰੇ ਵਿੱਚ ਹੈ। ਇਹਨਾਂ ਦੇ ਵਿੱਚ ਸਮਾਜ ਸੇਵਾ ਆ ਰਹੀ ਹੈ, ਇੱਥੇ ਵੀ ਆ ਗਈ, ਇੱਥੇ ਵੀ ਆ ਗਈ, ਇੱਥੇ ਵੀ ਆ ਗਈ। ਸਮਾਜ ਸੇਵਾ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ, ਆਪਾਂ ਅਗਲੇ ਤੋਂ ਪੈਸੇ ਨਹੀਂ ਲੈਂਦੇ, ਇਸ ਕਰਕੇ ਉਹ ਆਰਥਿਕ ਗਤੀਵਿਧੀ ਨਹੀਂ ਰਹਿੰਦੀ, ਉਹ ਗੈਰ ਆਰਥਿਕ ਬਣ ਜਾਂਦੀ ਹੈ। ਇਸ ਕਰਕੇ ਜਿੱਥੇ ਵੀ ਸਮਾਜ ਸੇਵਾ ਆਊਗਾ, ਸਮਾਜ ਸੇਵਾ ਗੈਰ ਆਰਥਿਕ ਗਤੀਵਿਧੀ ਹੈ, ਤੇ ਇਸ ਕਰਕੇ ਬਾਕੀ ਦੇ ਤਿੰਨੇ ਉੱਤਰ ਗਲਤ ਨੇ, ਕੱਲਾ ਦੂਜਾ ਉੱਤਰ ਇਹਦਾ ਸਹੀ ਉੱਤਰ ਹੈ। ਮਲਕੀਅਤ ਦੇ ਆਧਾਰ ਤੇ ਅਰਥ ਵਿਵਸਥਾ ਦੀਆਂ ਕਿਹੜੀਆਂ ਕਿਸਮਾਂ ਹਨ? 4 ਹੈ ਬੇਟਾ। ਪੂੰਜੀਵਾਦ, ਸਮਾਜਵਾਦ, ਤਿੰਨ ਹੈ। ਪੂੰਜੀਵਾਦ, ਸਮਾਜਵਾਦ ਤੇ ਮਿਸ਼ਰਤ ਅਰਥ ਵਿਵਸਥਾ। ਮਿਸ਼ਰਤ ਅਰਥ ਵਿਵਸਥਾ ਉਹ ਹੁੰਦੀ ਹੈ ਜਿਹਦੇ ਵਿੱਚ ਪੂੰਜੀਵਾਦ ਅਤੇ ਸਮਾਜਵਾਦ ਦੇ ਦੋਨੇ ਗੁਣ ਪਾਏ ਜਾਂਦੇ ਨੇ। ਭਾਰਤ ਵਿੱਚ ਮੌਦਰਿਕ ਨੀਤੀ ਨੂੰ ਸਿੱਧੇ ਤੌਰ ਤੇ ਕੌਣ ਨਿਯੰਤਰਿਤ ਕਰਦਾ ਹੈ, ਕੌਣ ਕੰਟਰੋਲ ਕਰਦਾ ਹੈ? ਭਾਰਤੀ ਰਿਜ਼ਰਵ ਬੈਂਕ, ਰਿਜ਼ਰਵ ਬੈਂਕ ਆਫ ਇੰਡੀਆ। ਇਹਦੀ ਸਥਾਪਨਾ ਕਦੋਂ ਹੋਈ ਸੀ? 1935 ਦੇ ਵਿੱਚ। ਅੱਗੇ ਬੇਟਾ ਇੰਗਲਿਸ਼ ਆਉਂਦੀ ਹੈ, ਤੁਸੀਂ ਨਹੀਂ ਕਰਨੀ, ਸਾਰੇ ਪੇਪਰ ਨੂੰ ਬੇਟਾ ਧਿਆਨ ਨਾਲ ਕਰਨਾ, ਤੇ ਆਪਣਾ ਚੈਨਲ ਹੈ ਜਿਹੜਾ ਉਸਨੂੰ ਸਬਸਕ੍ਰਾਈਬ ਕਰਿਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀਆਂ ਹੋਰ ਵੀਡੀਓਜ਼ ਅਸੀਂ ਪਾਵਾਂਗੇ ਤੁਹਾਨੂੰ ਸਮੇਂ ਸਿਰ ਮਿਲ ਸਕਣ, ਤੇ ਤੁਸੀਂ NTSC ਅਤੇ ਸਕੂਲ ਦੇ ਪੇਪਰਾਂ ਦੀ ਤਿਆਰੀ ਵਧੀਆ ਢੰਗ ਨਾਲ ਕਰ ਸਕੋ। ਧੰਨਵਾਦ।